खबरां दे इस बुलेटिन दे विच तुहाडा स्वागत है। मैं हां राजविंदर कौर। बुलेटिन की शुरुआत करते हैं खास खबरां दे नाल। विधायक कुलबीर जीरा दे हलके दे पिंड विच विक रिहा धड़ाले दे नाल चिट्टा। विधायक अते पुलिस बनी मूक दर्शक। डॉक्टर दलजीत सिंह चीमा वालों रूपनगर दे विच बारिश दी भेंट चढ़ी फसल दा कीता गया मुआयना। किसानां दा सकत्रेत दे बाहर धरना दूजे दिन भी जारी। मुलाजमां नूं नहीं जाण दित्ता अंदर। कैप्टन वालों बनाई जा रही नवीं पार्टी विच नहीं शामिल होवेगी उसकी धर्म पत्नी परनीत कौर। नवजोत कौर सिद्धू ने कही ये गल ते लीक होए दस्तावेज तो सच्चाई आई सामने। भारत विच नफरती भाषण ते झूठियां खबरां नूं रोकण च भेदभाव कर रही है फेसबुक। ते हुण खबरां विस्तार दे नाल। अगर गल करिए विधान सभा हलका जीरा दी ਤਾਂ ਵਿਧਾਇਕ ਕੁਲਬੀਰ ਸਿੰਘ ਜੀਰਾ ਦਾ ਇਲਾਕਾ ਹੈ ਤੇ ਕੁਲਦੀਪ ਸਿੰਘ ਜੀਰਾ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਨਸ਼ੇ ਦਾ ਪੂਰੇ ਤੌਰ ਤੇ ਖਾਤਮਾ ਕਰ ਦਿੱਤਾ ਗਿਆ। ਪਰ ਇਹ ਦਾਅਵੇ ਉਸ ਸਮੇਂ ਖੋਖਲੇ ਨਜ਼ਰ ਆਏ ਜਦੋਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਸੇ ਦੇ ਹਲਕੇ ਦਾ ਪਿੰਡ ਹਰਦਾਸੇ ਕੇ ਜਿੱਥੇ ਨਸ਼ਾ ਚਿੱਟਾ ਸ਼ਰੇਆਮ ਵਿਕ ਰਿਹਾ ਤੇ ਲੋਕ ਲਾਈਨਾਂ ਦੇ ਵਿੱਚ ਲੱਗ ਕੇ ਚਿੱਟਾ ਖਰੀਦ ਰਹੇ ਨੇ। ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਪਿੰਡ ਵਾਸੀਆਂ ਦਾ, ਆਓ ਜਾਣਦੇ ਹਾਂ। ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਵੀ ਆ ਸਾਰੇ ਨਗਰ ਨਿਵਾਸੀ ਇਕੱਠੇ ਹੋਏ ਆ, सरपंच पंच जिन्हां तो खोया गया पैसे उन्हां दे भी कोले बैठे है। ये हर रोज़ नवीं तो नवीं वारदात हो रही है। गौरमेंट बिल्कुल काबू नहीं पा रही, लैके मगरों जाते हैं, पहला घरे छड्ड जाते हैं, हत्थ नूं विकी जांदा है। उन्हां बैंक विच रश नहीं हुंदा जिन्ना इत्थे चिट्टे दा रश हुंदा है। की सरकारां नूं इह दिखदा नहीं है भी इत्थे नशा नित विकदा है? ये फड़दियां क्यों नहीं? फड़ के जांदे, हत्थ नूं जांदे, राह 'च लुੱਟ ਖੋਹ करदे आ। तिन्ना चौं बंदियां तो लुੱਟ ਖੋਹ कर चुके हैं, एक दे उत्तों दी फायर भी नगाते उन्होंने। जे उसका नुकसान होए तो कौन जिम्मेवार है? गौरमेंटा जिम्मेवार है। सो एक कृपा करके इन्हों नत्थ पाई जाए। मावां दे पुत्त मार रहे हैं ये तो आंदे नशा मुक्त कर देंगे, नशा उदू वंडन लाता शुरू। सो इन्होंने गल्लां कहना वाहिगुरू जी का खालसा। सरकार नूं बेनती है जे सानू खुशी देण लगे हो जी खुशी होर भी दे दो सारिਆਂ ਨੂੰ। ਸਾਡੇ ਭੈਣ ਭਰਾਵਾਂ ਨੂੰ ਮਾਰਨ ਦੇ ਬਜਾਏ ਤਾਂ ਤੁਸੀਂ ਉਹ ਕਰੋ ਵੋਟਾਂ ਲੈ ਲਓ ਸਾਥੋਂ। ਵੋਟਾਂ ਲੈਣ ਦੀ ਤੁਹਾਡੀ ਜ਼ਿੰਮੇਵਾਰੀ, ਤੁਹਾਡੀ ਨਸ਼ਾ ਫੜਨ ਦੀ ਕੋਈ ਜ਼ਿੰਮੇਵਾਰੀ ਨਹੀਂ। ਜੇ ਨਸ਼ਾ ਫੜਦੇ ਹੋ ਤਾਂ ਸਾਡੇ ਇਸ ਇਲਾਕੇ ਦੇ ਵਿੱਚ ਆਹ ਕੁਝ ਹੋਵੇ। ਸ਼ਰੇਆਮ ਅੱਡਾ ਚੱਲਦਾ ਜੀ ਸਾਡੇ, ਸ਼ਰੇਆਮ ਅਸੀਂ ਉਹਦੇ ਅੱਡੇ ਵਾਲੇ ਦੇ ਬਾਹਰ 'ਚ ਖੜੇ ਆ। ਘੰਟਾ ਜਾਂਦੇ ਮੁੜ ਕੇ ਹੱਥ ਨੂੰ ਘੰਟੇ ਬਾਅਦ ਇੱਥੇ ਆਣ ਕੇ ਲੋਕ ਖੜੇ ਲੈਣਾ ਲੱਗੇ। ਉਹਨੇ ਵੀ ਲੈ ਕੇ ਜਾਂਦੇ ਪੁਲਿਸ ਪ੍ਰਸ਼ਾਸਨ ਵਾਲੇ। ਉਸ ਤੋਂ ਬਾਅਦ ਉਹਨੀ ਤਾਂ ਬੈਂਕ ਦੇ ਵਿੱਚ ਲੈਣ ਨਹੀਂ ਹੁੰਦੀ ਜਿੰਨੀ ਇੱਥੇ ਬੈਂਕ ਦੇ ਵਿੱਚ ਲੈਣ ਆ। ਇਹ ਪੈਸੇ ਕਿੱਥੋਂ ਲਿਆਉਂਦੇ? ਲੋਕਾਂ ਤੋਂ ਲੁੱਟ ਕੇ ਲੈਂਦੇ, ਲੋਕਾਂ ਤੋਂ ਰਾਜ ਖੋਹ ਕੇ ਲੈਂਦੇ ਆ। ਅੱਜ ਸਾਡੇ ਭਰਾ ਤੋਂ ਵੀ ਹੁਣੇ ਪੈਸੇ ਖੋਏ ਆ। ਅੱਗੇ ਸਾਡੇ ਪ੍ਰਸ਼ਾਸਨ ਦੇ ਇੰਨੇ ਕੁ ਜ਼ਿਆਦੇ ਇੱਥੇ ਧਿਆਨ ਚਾਹ ਵੀ ਜਿਹੜਾ ਆਉਂਦਾ ਉਹਨੂੰ ਐ ਪੁੱਤ ਦੇ ਕੇ ਹੀ ਤੋੜ ਦਿੰਦੇ ਆ। ਬੀਤੇ ਦਿਨ ਹੋਈ ਬਰਸਾਤ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ। ਜੇਕਰ ਗੱਲ ਕਰੀਏ ਬਾਸਮਤੀ ਦੀ ਤਾਂ ਪੂਰੀ ਤਰ੍ਹਾਂ 100% ਹੈ ਜਿਹੜੀ ਬਾਸਮਤੀ ਦੀ ਫਸਲ ਹੈ ਬਰਬਾਦ ਹੋ ਚੁੱਕੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸੀ ਤੇ ਰੂਪਨਗਰ ਦੇ ਵਿੱਚ ਵੀ ਕਿਸਾਨਾਂ ਦੇ ਨਾਲ ਅਜਿਹਾ ਹੀ ਹੋਇਆ। ਰੂਪਨਗਰ ਦੇ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਅੱਜ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦਾ ਜਾਇਜ਼ਾ ਲੈਣਗੇ ਤੇ ਉਹਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਅਪੀਲ ਵੀ ਕੀਤੀ। ਜਿਹੜਾ ਮੀਂਹ ਤੇ ਗੜੇ ਪਰਸੋਂ ਸ਼ਾਮੀ ਪਏ ਆ, ਉਹਨਾਂ ਨੇ ਸਾਰੇ ਸਾਡੇ ਰੋਪੜ ਵਿਧਾਨ ਸਭਾ ਹਲਕੇ ਤੇ ਇਹਨਾਂ ਪਿੰਡਾਂ ਦੇ ਵਿੱਚ ਤਬਾਹੀ ਮਚਾਤੀ। ਪਹਿਲਾਂ ਮੈਂ ਕੱਲ ਪਰਖਾਲੀ ਵਾਲੇ ਪਾਸੇ ਗਿਆ ਸੀ, ਉੱਥੇ ਵੀ 100% ਝੋਨਾ ਵੀ, ਜਿਹੜਾ ਆਲੂ ਵੀ, ਕਮਾਦ ਦੀ ਫਸਲ ਦਾ ਵੀ ਬਹੁਤ ਨੁਕਸਾਨ ਹੋਇਆ। ਈਵਨ ਜਿਹੜਾ ਬਰਸੀਨ ਬੀਜਿਆ ਸੀ ਲੋਕਾਂ ਨੇ ਉਹ ਵੀ ਨਸ਼ਟ ਹੋ ਗਿਆ। ਹੁਣ ਅੱਜ ਇੱਥੇ ਢੱਕੀ, ਇਹਦੇ ਨਾਲ ਇੰਦਰਪੁਰਾ, ਬਿੱਕੋ, ਘਨੌਲੀ, ਜਿਹੜਾ ਪਟਵਾਰ ਸਰਕਲ ਹੈ, ਇਹਦੇ ਸਾਰੇ ਪਿੰਡਾਂ ਦੇ ਵਿੱਚ ਇੱਥੇ ਵੀ 100% ਹੀ ਬਰਬਾਦੀ ਹੈ। ਕਿਉਂਕਿ ਤੁਹਾਡੇ ਸਾਹਮਣੇ ਹੈ ਕਿ ਹੁਣ ਤੱਕ ਫੁੱਟ ਪਾਣੀ ਜਿਹੜਾ ਉਹ ਖੇਤਾਂ ਦੇ ਵਿੱਚ ਖੜਾ। ਜਿਹੜੀ ਫਸਲ ਖੜੀ ਆ ਉਹਦੇ ਵੀ ਨਿਕਲਣ ਦੀ ਕੋਈ ਆਸ ਨਹੀਂ, ਕਿਉਂਕਿ ਹਾਲੇ 4-4 5-5 ਦਿਨ ਇੱਥੇ ਨਾਲੇ ਦਾ ਪਾਣੀ ਚੱਲਦਾ, ਉਹਦੇ ਵਿੱਚ ਫਸਲ ਖੜੀ ਆ, ਸਾਰੀ ਗਲ ਜਾਣੀ ਹੈ। ਜਿਹੜੀ ਵੱਡੀ ਹੋਈ ਸੀ ਉਹ ਸਾਰੀ ਦੀ ਸਾਰੀ ਬਰਬਾਦ ਹੋ ਗਈ, ਕਿਉਂਕਿ ਏਕੜਾਂ ਦੇ ਹਿਸਾਬ ਨਾਲ ਫਸਲ ਵੱਡੀ ਹੋਈ। ਹੁਣ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ, ਕੱਲ ਵੀ ਕੀਤੀ ਸੀ, ਕੱਲ ਡਿਪਟੀ ਕਮਿਸ਼ਨਰ ਮੈਡਮ ਨੂੰ ਵੀ ਮੈਂ ਗੱਲ ਕੀਤੀ ਸੀ ਕਿ ਇਮੀਡੀਏਟਲੀ ਇਹਦੀ ਗਰਦੌਰੀ ਕਰੋ ਔਰ ਬਿਨਾਂ ਦੇਰੀ ਤੋਂ ਸਾਰੇ ਲੋਕਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਅਸੀਂ 30,000 रुपये ठेके पर जमीन ली थी। डर के ये बारिश ने साढ़े ना बहुत बेन्यायी करी है और फुट पानी अजे भी चलता है। फसल खड़ी भी है, कोई बड हो गई, बर्बाद हो गए। साढ़े तो कपड़े भी बेचने तक हाल हो गया। सरकार बचा सकती, सानू बचा दे, बाकी वो असीं कुछ नहीं कह सकते।
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਦੇ ਵਿੱਚ ਕੱਲ ਤੋਂ ਹੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਹੋਇਆ ਹੈ ਕਿਉਂਕਿ ਸਰਕਾਰ ਫਸਲਾਂ ਦਾ ਮੁਆਵਜ਼ਾ ਨਹੀਂ ਦੇ ਰਹੀ, ਜਿਸ ਤੇ ਚੱਲਦਿਆਂ ਅੱਜ ਧਰਨਾ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਰਿਹਾ। ਮਿੰਨੀ ਸਕੱਤਰੇਤ ਦੇ ਅੰਦਰ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਤੇ ਹੁਣ ਤਾਜ਼ਾ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਉੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਕਿਸਾਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ। ਮੁਲਾਜ਼ਮਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਮੁੱਖ ਤੌਰ ਤੇ ਕਿਸਾਨ ਜਥੇਬੰਦੀ ਦੀ ਇਹ ਏਕਤਾ ਉਗਰਾਹਾਂ ਵੱਲੋਂ ਮਤਲਬ 4-5 ਜ਼ਿਲ੍ਹਿਆਂ ਨੇ ਇਕੱਠਾ ਰਲ ਕੇ ਧਰਨਾ ਲਗਾਇਆ, ਜਿਹਨੂੰ ਕਮਾਂਡ ਮਤਲਬ ਝੰਡਾ ਸਿੰਘ ਜੇਠੂ ਕੇ ਕਰ ਰਹੇ ਨੇ। ਇਹਨਾਂ ਦੀ ਮੁੱਖ ਮੰਗ ਇਹੀ ਸੀਗੀ ਵੀ ਸਾਨੂੰ ਜਿਹੜਾ ਯੋਗ ਮੁਆਵਜ਼ਾ ਦਿੱਤਾ ਜਾਵੇ, ਜਿਹੜਾ ਨਰਮੇ ਦੀ ਜਿਹੜੀ ਖੜੀ ਫਸਲ ਹੈ ਉਹਦਾ ਗੁਲਾਬੀ ਸਿੰਡੀ ਦਾ ਜਿਹੜਾ ਨੁਕਸਾਨ ਹੋਇਆ ਹੈ। ਪ੍ਰਸ਼ਾਸਨ ਨੇ ਤੇ ਸਰਕਾਰ ਨੇ ਇਹਨਾਂ ਨੂੰ ਬਾਰ-ਬਾਰ ਇਹ ਕਿਹਾ, ਜਿਹੜਾ ਗਿਰਦਾਵਰੀ ਦਾ ਪ੍ਰੋਸੀਜਰ ਹੁੰਦਾ ਇਟ ਇਜ਼ ਆਨਗੋਇੰਗ ਪ੍ਰੋਸੈਸ, ਜਿਹਦੇ ਪਹਿਲਾਂ ਪਟਵਾਰੀ ਜਾ ਕੇ ਖੇਤਾਂ 'ਚ ਜਾ ਕੇ ਸਾਰਾ ਚੈੱਕ ਕਰਦਾ, ਉਹ ਛਾਂਟ ਤਿਆਰ ਕਰਦਾ, ਆਫਟਰ ਦੈਟ ਉਹਦੇ ਕਾਨੂੰਗੋ 100% ਪੜਤਾਲ ਕਰਦਾ। ਇਹ ਤਕਰੀਬਨ ਸਾਰੇ ਜ਼ਿਲ੍ਹੇ ਵਿੱਚ 2 ਲੱਖ ਏਕੜ ਤੋਂ ਉੱਪਰ ਰਕਬਾ ਜਿਹੜਾ ਨਰਮੇ ਦੇ ਬਜਾਉਣ ਦੇ ਵਿੱਚ। ਸੋ ਉਹਦੇ ਵਿੱਚ ਜਿਹੜੀ ਪਟਵਾਰੀਆਂ ਦੀ ਪਹਿਲਾਂ ਛਾਂਟ ਤਿਆਰ ਹੋ ਕੇ ਕਾਨੂੰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। 50 ਪੈਸੇ ਉਦੋਂ ਬਾਅਦ CROs ਯਾਨੀ ਕਿ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਨੇ ਕਰਨੀ ਹੁੰਦੀ ਹੈ, 25% ਹੁੰਦੀ ਹੈ STMs ਨੇ ਕਰਨੀ ਹੁੰਦੀ ਹੈ। ਸੋ ਇਹ ਪੁਰਾਣੇ ਜਿਹੜੇ ਦਸਤੂਰ ਬਣੇ ਹੋਏ ਹੈ, ਕਾਇਦਾ ਹੈ ਜੋ ਗਿਰਦਾਵਰੀ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਹੁੰਦਾ। ਸਰਕਾਰ ਨੇ ਯਕਮੁਸ਼ਤਕ ਇੱਥੋਂ ਤੱਕ ਕਿ CM ਸਾਹਿਬ ਨੇ ਖੁਦ ਆ ਕੇ ਇੱਥੇ ਖੇਤ ਦੇਖੇ ਸੀ ਕਿ ਫੈਲਟ ਵੀ ਜਿਹੜਾ ਮੁਆਵਜ਼ਾ ਹੈ, ਜਿਹੜਾ ਸਪੈਸ਼ਲ ਗਿਰਦਾਵਰੀ ਉਹ ਕੀਤੀ ਜਾਣੀ ਚਾਹੀਦੀ ਹੈ, ਉਹ ਅੰਡਰਵੇ ਹੈ। ਇਹ ਐਕਸਪੈਕਟਡ ਹੈ ਵੀ ਨੈਕਸਟ ਵੀਕ ਨਹੀਂ ਤਾਂ ਉਦੋਂ ਨੈਕਸਟ ਵੀਕ ਇਹ ਪੱਕਾ ਜਿਹੜਾ ਮੁਆਵਜ਼ਾ ਜਿਹੜਾ ਤਕਸੀਮ ਹੋਣ ਲੱਗ ਜਾਊਗਾ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਗਾਤਾਰ ਹੀ ਵਿਕਾਸ ਕਾਰਜਾਂ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ। ਇਸੇ ਦੇ ਚਲਦਿਆਂ ਅੰਮ੍ਰਿਤਸਰ ਦੇ ਵਿੱਚ ਨਵਜੋਤ ਕੌਰ ਸਿੱਧੂ ਵੱਲੋਂ ਅੱਜ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਉੱਥੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਤੇ ਕੈਪਟਨ ਦੇ ਨਿਸ਼ਾਨੇ ਸਾਧਦੇ ਹੋਏ ਉਹਨਾਂ ਨੇ ਕਿਹਾ ਕਿ ਕੈਪਟਨ ਨੇ ਪਿਛਲੇ 4 ਸਾਲਾਂ ਦੇ ਵਿੱਚ ਕੀਤਾ ਕੀ ਹੈ, ਜੇ ਕੁਝ ਕੀਤਾ ਹੈ ਤਾਂ ਸਿਰਫ ਔਰ ਸਿਰਫ ਮੀਟਿੰਗਾਂ। ਉਹਨਾਂ ਦੀ ਨਵੀਂ ਬਣ ਜਾ ਰਹੀ ਪਾਰਟੀ ਨੂੰ ਲੈ ਕੇ ਵੀ ਨਵਜੋਤ ਕੌਰ ਸਿੱਧੂ ਨੇ ਤਿੱਖੇ ਨਿਸ਼ਾਨੇ ਸਾਧੇ ਆ। ਕੀ ਕੁਝ ਕਿਹਾ ਉਹਨਾਂ ਨੇ, ਆਓ ਸੁਣਦੇ ਆ। बहुत ही मेहनती काउंसलर लाडो पहलवान नाल ओदी सारी टीम, साडे प्रेजिडेंट इंचार्ज मंत्री नाल है, पूरी टीम इन्ना ज़्यादा मेहनत की है। इंप्रूवमेंट ट्रस्ट के चेयरमैन दमन जी, कोई पैसे की कमी नहीं। 22 नंबर वार्ड के विच ਨੀਅਰਲੀ 8 ਕਰੋੜ ਦੇ ਕੰਮ ਪਾਸ ਕੀਤੇ ਗਏ ਨੇ, ਹੋ ਵੀ ਗਏ। ਅੱਜ 1 ਕਰੋੜ 76 ਲੱਖ ਦੀਆਂ ਸੜਕਾਂ ਬਣਨ ਵਾਲੀਆਂ। ਤੁਸੀਂ ਦੇਖਿਆ ਹੋਣਾ ਥੋੜੀ ਦੇਰ ਪਹਿਲਾਂ ਇੱਥੇ ਪਹਿਲੀਆਂ ਹੁੰਦੀਆਂ ਸੀ, ਇੰਨੀਆਂ ਟੁੱਟੀਆਂ ਸੜਕਾਂ ਸੀ ਕਿ ਕੋਈ ਚੱਲ ਨਹੀਂ ਸਕਦੇ ਸੀ। ਅੱਜ ਮਲਾਈ ਵਰਗੀਆਂ ਸੜਕਾਂ ਬਣੀਆਂ ਹੋਈਆਂ। ਸੋ ਇਸੇ ਲਈ ਇੰਨਾ ਪਿਆਰ ਹੈ ਸਾਰੇ ਲੋਕਾਂ ਦਾ। ਸਾਡੀ ਟੀਮ ਸਾਰੀ ਮਿਹਨਤੀ ਹੈ, ਕੰਮ ਕਰਨ ਵਾਲੀ ਹੈ, ਦਿਨ ਰਾਤ ਲੋਕਾਂ 'ਚ ਰਹਿਣ ਵਾਲੀ ਹੈ। ਉਹਦਾ ਇਹ ਹੈ ਕਿ ਜਦੋਂ ਤੁਸੀਂ ਘੁੰਮੋਗੇ ਵਾਰਡ ਤੋਂ ਨਿਕਲੋਗੇ ਦੇਖੋਗੇ ਕਿ 90% ਸੜਕਾਂ ਤੁਹਾਡੀਆਂ ਬਣੀਆਂ ਹੋਈਆਂ। ਆਉਣ ਵਾਲੇ 5 ਮਹੀਨੇ 'ਚ ਬਾਕੀ ਸਾਰੀਆਂ भी बन जाएंगी। उनको बहुत बहुत मुबारक। कितने MLA जा सकते हैं कांग्रेस के? देखो कांग्रेस का तो कोई MLA मुझे नहीं लगता जाने वाला है उनके साथ। एक दूसरे को जो लोगों का उन पे बहुत सारा एहसान है, किसी पे किया होगा तो वो लोग चले जाएंगे, पर जो इंसान जुड़ता है वो पार्टी से जुड़ता है। कभी भी एक इंसान पार्टी नहीं बनाता, पार्टी माँ होती है, पार्टी सबसे बड़ी होती है। तो तुम अगर इंसान के साथ जुड़े हुए हो तो वही लोग जाएंगे जो इंसान के साथ जुड़े हैं, वो लोग नहीं जाएंगे जो कांग्रेस पार्टी के साथ जुड़े हैं। और कौन इंसान उन पर भरोसा करेगा कि वो इंसान जिसने इतनी बड़ी नेशनल पार्टी में रह के कोई काम नहीं किया 4.5 साल, आज वो नई पार्टी बना के काम करेगा? किसके साथ काम करेगा? उसके पास तो संगठन ही है नहीं। अभी तो वो सुखबीर और मजीठिया के साथ करता रहा। तो उनको नई पार्टी की जगह जहां जिनकी वो सुनता था वो है अकाली दल, उसको बेस्ट था अगर वो अकाली दल को ज्वाइन कर लेता और लोगों को भी जो शक था वो प्रूव हो जाता कि जो 75-25 वाली गेम जो ख़त्म की है उसको सिरे से ख़त्म कर देता और उनके साथ चले जाता तो कोई थोड़ी मोटी सीट्स वो जीत सकते थे। ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇ ਕੁਝ ਲੀਕ ਹੋਏ ਦਸਤਾਵੇਜ਼ਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੰਪਨੀ
ਝੂਠੀ ਜਾਣਕਾਰੀ ਤੇ ਭੜਕਾਊ ਸਮੱਗਰੀ ਨੂੰ ਰੋਕਣ ਦੇ ਵਿੱਚ ਭੇਦਭਾਵ ਕਰ ਰਹੀ ਹੈ। ਖਾਸ ਕਰਕੇ ਮੁਸਲਮਾਨਾਂ ਦੇ ਖਿਲਾਫ ਪ੍ਰਕਾਸ਼ਿਤ ਸਮੱਗਰੀ ਨੂੰ ਲੈ ਕੇ ਇਸ ਨੇ ਕਾਫੀ ਭੇਦਭਾਵ ਕੀਤਾ। ਕੀ ਹੈ ਪੂਰਾ ਮਾਮਲਾ, ਜਾਣਨ ਦੇ ਲਈ ਦੇਖਦੇ ਹਾਂ ਇੱਕ ਖਾਸ ਰਿਪੋਰਟ। ਖਬਰ ਏਜੰਸੀ ਏਪੀ ਦੇ ਹੱਥ ਲੱਗੇ ਕੁਝ ਦਸਤਾਵੇਜ਼ਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਭਾਰਤ ਵਿੱਚ ਨਫ਼ਰਤੀ ਭਾਸ਼ਣ, ਝੂਠੀ ਜਾਣਕਾਰੀ ਅਤੇ ਭੜਕਾਊ ਸਮੱਗਰੀ ਨੂੰ ਰੋਕਣ 'ਚ ਭੇਦਭਾਵ ਵਰਤਦੀ ਹੈ। ਖਾਸ ਕਰ ਮੁਸਲਮਾਨਾਂ ਖਿਲਾਫ ਪ੍ਰਕਾਸ਼ਿਤ ਸਮੱਗਰੀ ਨੂੰ ਲੈ ਕੇ ਕੰਪਨੀ ਕਾਫੀ ਜ਼ਿਆਦਾ ਭੇਦਭਾਵ ਵਾਲਾ ਰਵੱਈਆ ਅਪਣਾ ਰਹੀ ਹੈ। ਅਕਸਰ ਭਾਰਤ ਵਿੱਚ ਸੋਸ਼ਲ ਮੀਡੀਆ ਤੇ ਭੜਕਾਊ ਅਤੇ ਫਿਰਕੂ ਸਮੱਗਰੀ ਦੀ ਮੌਜੂਦਗੀ ਵੱਡੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਫੇਸਬੁੱਕ ਰਾਹੀਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਚੱਲਦਿਆਂ ਕਈ ਵਾਰ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਨੇ। ਏਪੀ ਦੇ ਹੱਥ ਲੱਗੇ ਦਸਤਾਵੇਜ਼ਾਂ ਮੁਤਾਬਕ ਫੇਸਬੁੱਕ ਹਾਲਾਂਕਿ ਸਮੱਸਿਆ ਤੋਂ ਜਾਣੂ ਹੈ, ਪਰ ਸਵਾਲ ਉੱਠਦਾ ਹੈ ਕਿ ਇਸ ਸਮੱਸਿਆ ਨੂੰ ਸੁਲਝਾਉਣ ਲਈ ਆਖਰ ਕੋਈ ਕਦਮ ਕਿਉਂ ਨਹੀਂ ਚੁੱਕਿਆ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਕੰਪਨੀ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ ਕਿਉਂਕਿ ਉਸ 'ਚ ਮੋਦੀ ਸਰਕਾਰ ਸ਼ਾਮਲ ਰਹੀ। ਪੂਰੀ ਦੁਨੀਆ 'ਚ ਫੇਸਬੁੱਕ ਇੱਕ ਅਹਿਮ ਰਾਜਨੀਤਿਕ ਹਥਿਆਰ ਬਣ ਚੁੱਕੀ ਹੈ ਅਤੇ ਭਾਰਤ ਵੀ ਇਸ ਤੋਂ ਨਹੀਂ ਬਚ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਨੂੰ ਆਪਣੇ ਪੱਖ ਵਿੱਚ ਬਾਖੂਬੀ ਇਸਤੇਮਾਲ ਕਰਨ ਵਾਲੇ ਮੰਨਿਆ ਜਾਂਦਾ ਹੈ। ਅਮਰੀਕੀ ਅਖਬਾਰ ਦ ਵਾਲ ਸਟਰੀਟ ਜਰਨਲ 'ਚ ਪਿਛਲੇ ਸਾਲ ਛਪੀ ਇੱਕ ਰਿਪੋਰਟ 'ਚ ਇਹ ਸ਼ੱਕ ਜਤਾਇਆ ਗਿਆ ਸੀ ਕਿ ਬੀਜੇਪੀ ਦੇ ਵਿਰੋਧ ਤੋਂ ਬਚਣ ਲਈ ਫੇਸਬੁੱਕ ਨੇ ਨਫ਼ਰਤੀ ਸੰਦੇਸ਼ਾਂ ਨੂੰ ਲੈ ਕੇ ਆਪਣੀਆਂ ਨੀਤੀਆਂ ਵਿੱਚ ਭੇਦਭਾਵ ਕੀਤਾ ਹੈ। ਬਹਰਹਾਲ ਇਸ ਨੂੰ ਲੈ ਕੇ ਵਿਰੋਧੀ ਪਾਰਟੀ ਕਾਂਗਰਸ ਵੀ ਬੀਜੇਪੀ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਇਸ ਮਾਮਲੇ ਨੂੰ ਫੇਸਬੁੱਕ ਅਤੇ ਕੇਂਦਰ ਦੀ ਮਿਲੀ ਭੁਗਤ ਦੱਸ ਰਹੀ ਹੈ। फेसबुक और भारत की भारतीय जनता पार्टी जो रूलिंग पार्टी है, उनके संबंध कितने गहरे हैं उसके उदाहरण बार बार आप लोग भी हमसे साझा करते आए हैं, देश से और विश्व से, और हम भी आपसे साझा करते आए। पिछले साल अंखी दास के विषय पे हमने आपसे कई बार चर्चा की थी और ये सबके सामने आया था कि कैसे अंखी दास, जो कि भारतीय जनता पार्टी से जुड़ी हुई, कैसे फेसबुक में भारतीय जनता पार्टी से जुड़े हुए लोग बिल्कुल घुस चुके हैं फेसबुक के अंदर। बात सिर्फ हेट स्पीच की नहीं है, बात है कि हिंदुस्तान फेसबुक का सबसे बड़ा मार्केट है। 37 करोड़ उपभोक्ता हैं फेसबुक के हिंदुस्तान में। तो उन 37 करोड़ उपभोक्ताओं के साथ जो धोखा हो रहा है, कैसे एक विचारधारा को उन पर थोपा जा रहा है, कैसे गलत फेक न्यूज, फेक इमेजेस, फेक पोस्ट के माध्यम से देश में एक माहौल बनाया जा रहा है, जो माहौल देश की रूलिंग पार्टी को बिल्कुल माफिक गुजरता है। वो चाहते हैं ऐसा माहौल हो। आइए 2020 में फेसबुक की जो सेफ्टी टीम थी, जो सुरक्षा टीम थी, उन्होंने कहा था कि बजरंग दल कुछ वर्ग विशेष के खिलाफ हिंसा को बढ़ावा देता है पूरे देश में, और फेसबुक बजरंग दल जैसी संस्था को एक खतरनाक संस्था घोषित करने वाला था, लेकिन उनको सलाह दी गई ये करने से देश की जो रूलिंग पार्टी है वो नाराज हो सकती है। ਐਸੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੱਲ ਫਿਰ ਹਾਜ਼ਰ ਹੋਵਾਂਗੇ ਤਾਜ਼ੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਤੁਸੀਂ ਜੁੜੇ ਰਹੋ ਦਾ ਅਨਮਿਊਟ ਨਾਲ।